करोना तो बाद बाजार खुले हैं, बाइक बाजार खुले ही हैं, कस्टमर बिल्कुल नहीं हैगा, काम कार बहुत ठंडा पिया होया। ਕਰੋਨਾ ਤੋਂ ਬਾਅਦ ਬਿਲਕੁਲ ਕੰਮਕਾਰ ਜ਼ੀਰੋ ਹੋ ਚੁੱਕੇ ਹੈ ਜੀ। ਲੋਕ ਪਹਿਲਾਂ ਆਪਣੀਆਂ ਦੂਜੀਆਂ ਰਿਕੁਆਇਰਮੈਂਟਸ ਪੂਰੀਆਂ ਕਰਨਗੇ ਕਿ ਕਾਰਾਂ ਲੈਣਗੇ ਜੀ। ਡੀਜ਼ਲ ਦੇ ਵੀ ਭਾਅ ਵੱਧ ਗਏ ਜੀ, ਪੈਟਰੋਲ ਦੇ ਵੀ ਵੱਧ ਗਏ, ਪਰ CNG ਕੰਪਨੀ ਅਪਰੂਵਡ ਹੀ ਲੈਣ ਦਾ ਫਾਇਦਾ ਹੈ। ਅਸੀਂ ਵੀ ਸੁਜੈਸਟ ਕਰਦੇ ਹਾਂ। ਦੋਨੇ ਕਾਰੋਬਾਰ ਸੀ 60-65 ਕਾਰਾਂ ਵੇਚ ਦਿੰਦੇ ਸੀ ਇੱਕ ਮਹੀਨੇ 'ਚ, ਜਿਹੜੀ ਸਾਡੀ ਸੇਲ ਘਟ ਗਈ, ਹੁਣ 10 ਕਾਰਾਂ ਦੀ ਰਹਿ ਗਈ। ਅਸੀਂ ਅੱਗੇ ਸੋਚਦੇ ਹਾਂ ਕੋਈ ਛੋਟਾ ਮੋਟਾ ਕੰਮ ਕਰੀਏ, ਕੋਈ ਰੇੜੀ ਲਾਈਏ ਜਾਂ ਕੁਝ ਕਰੀਏ। ਹੁਣ ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਹੈਗਾ ਸਾਡੇ ਕੋਲ। ਤਕਰੀਬਨ 50% ਇਨਕਮ ਜਿਹੜੀ ਹੈ ਉਹ ਦੁਕਾਨਦਾਰਾਂ ਨੂੰ, ਕਿਸਾਨਾਂ ਤੋਂ ਹੈ। ਕਿਸਾਨ 1 ਸਾਲ ਤੋਂ ਪਰੇਸ਼ਾਨ ਨੇ ਤੇ ਕਾਰੋਬਾਰ ਕਿੱਥੇ ਚੱਲ ਸਕਦਾ। ਸਤਿ ਸ਼੍ਰੀ ਅਕਾਲ, ਮੈਂ ਲੱਕੀ ਮਾਨ ਤੇ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ A1 ਮੀਡੀਆ। ਜਿਵੇਂ ਕਿ ਕਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਦੇ ਵਿੱਚ ਤਹਿਲਕਾ ਮਚਾਇਆ ਸੀ ਪਿਛਲੇ ਸਮਿਆਂ ਦੇ ਵਿੱਚ, ਸਾਡਾ ਭਾਰਤ ਵੀ ਅਛੂਤਾ ਨਹੀਂ ਰਿਹਾ। ਭਾਰਤ ਦੇ ਵਿੱਚ ਵੀ ਬਹੁਤ ਬੁਰਾ ਹਾਲ ਹੋਇਆ ਹੈ ਕਰੋਨਾ ਦੇ ਕਾਰਨ। ਲੋਕਬੰਦੀ ਹੋਈ ਸੀ, ਲੋਕਡਾਊਨ ਲੱਗਿਆ ਸੀ, ਤਾਲਾਬੰਦੀ ਹੋਈ ਸੀ, ਜਿਸ ਕਾਰਨ ਹਰ ਇੱਕ ਬਿਜ਼ਨਸ ਖਤਮ ਹੋਇਆ ਸੀ, ਤਬਾਹ ਹੋਇਆ ਸੀ। ਦੁਕਾਨਦਾਰ, ਕਿਉਂਕਿ ਦੁਕਾਨਾਂ ਬੰਦ ਸੀ, ਬਿਜ਼ਨਸ ਚੌਪਟ ਹੋ ਗਏ ਸੀ। ਅਸੀਂ ਅਲੱਗ-ਅਲੱਗ ਦੁਕਾਨਦਾਰਾਂ ਨੇ ਅਕਸਰ ਗੱਲ ਕੀਤੀ ਹੈ ਤੇ ਉਹਨਾਂ ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਹੁਣ ਲੋਕਡਾਊਨ ਖੁੱਲ੍ਹੇ ਨੇ, ਦੁਕਾਨਦਾਰੀ ਫਿਰ ਤੋਂ ਸ਼ੁਰੂ ਹੋਈ ਹੈ। ਲੇਕਿਨ ਦੁਕਾਨਦਾਰ ਅਜੇ ਵੀ ਨਿਰਾਸ਼ ਨੇ, ਕਿਉਂਕਿ ਦੁਕਾਨਦਾਰੀ ਦੱਸਦੇ ਨੇ ਦੁਕਾਨਦਾਰ ਵੀ ਦੁਕਾਨਾਂ ਬੇਸ਼ੱਕ ਖੁੱਲ੍ਹ ਗਈਆਂ ਨੇ, ਲੇਕਿਨ ਲੋਕਾਂ ਦੀ ਜੇਬਾਂ ਦੇ ਵਿੱਚ ਪੈਸੇ ਨਹੀਂ, ਕਿਉਂਕਿ ਜੇ ਲੋਕਾਂ ਦੇ ਕੋਲ ਪੈਸਾ ਹੋਏਗਾ ਤਾਂ ਦੁਕਾਨਾਂ ਤੱਕ ਆਉਣਗੇ। ਸੋ ਅੱਜ ਅਸੀਂ ਪਹੁੰਚੇ ਹਾਂ ਜੀ ਪਟਿਆਲਾ ਦੇ ਵਿੱਚ, ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਛੋਟੀ ਬਾਰਾਂਦਰੀ, ਜਿੱਥੇ ਦੀ ਕਾਰ ਬਾਜ਼ਾਰ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਜੀ। ਸੋ ਸਾਡੇ ਨਾਲ ਕੁਝ ਕਾਰ ਬਾਜ਼ਾਰਾਂ ਦੇ ਮਾਲਕ ਜੋ ਕਾਰ ਬਾਜ਼ਾਰ ਚਲਾ ਰਹੇ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕਿਵੇਂ ਕਾਰ ਬਾਜ਼ਾਰ ਨੂੰ ਦੇਖਦੇ ਨੇ, ਕਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਕੀ ਨਾਮ ਹੈ ਭਾਜੀ? ਮੇਰਾ ਨਾਮ ਕਾਕਾ ਜੀ। ਭਾਜੀ, ਜਿਵੇਂ ਕਿ ਕਰੋਨਾ ਦੌਰਾਨ ਤਕਰੀਬਨ ਸਾਰੇ ਬਿਜ਼ਨਸ ਚੌਪਟ ਹੋਏ ਸੀ, ਤੁਹਾਡਾ ਵੀ ਬਹੁਤ ਅੱਛਾ ਬਿਜ਼ਨਸ ਸੀਗਾ ਪਟਿਆਲੇ ਦੇ ਵਿੱਚ, ਇਸ ਕਾਰ ਬਾਜ਼ਾਰ ਦਾ ਬਹੁਤ ਵੱਡਾ ਨਾਮ ਹੈ। ਕਿਵੇਂ ਹਾਲਾਤ ਨੇ ਹੁਣ ਕਾਰ ਬਾਜ਼ਾਰ ਦੇ, ਕਿਉਂਕਿ ਅੱਜ ਬੁੱਧਵਾਰ ਦਾ ਦਿਨ ਹੈ? ਅੱਜ ਬੁੱਧਵਾਰ ਦਾ ਸਾਡਾ ਸਭ ਤੋਂ ਵੱਡਾ ਦਿਨ ਹੈ, ਜਿਹੜਾ ਕਿ ਕਰੋਨਾ ਮਹਾਮਾਰੀ ਜਦੋਂ ਦੀ ਆਈ ਹੈ ਸਾਡਾ ਕੰਮ ਡਾਊਨ ਹੀ ਹੋ ਗਿਆ। ਤੇ ਹੁਣ ਕਰੋਨਾ ਤੋਂ ਬਾਅਦ ਬਾਜ਼ਾਰ ਖੁੱਲੇ ਹੈ, ਬਾਈਕ ਬਾਜ਼ਾਰ ਖੁੱਲੇ ਹੀ ਹੈ, ਕਸਟਮਰ ਬਿਲਕੁਲ ਨਹੀਂ ਹੈਗਾ, ਕੰਮ ਕਾਰ ਬਹੁਤ ਠੰਡਾ ਪਿਆ ਹੋਇਆ। ਵੀ ਇੱਕ ਮਹੀਨੇ 'ਚ 1-2 ਕਾਰ ਵਿਕ ਗਈ ਤਾਂ ਉਹਦਾ ਕੋਈ ਵੇਚਣਾ ਕੀ, ਖਰੀਦਣਾ ਕੀ। ਬਿਲਕੁਲ ਜੀ, ਜਿਵੇਂ ਕਿ ਬੁੱਧਵਾਰ ਦਾ ਦਿਨ ਮੇਨ ਦਿਨ ਹੁੰਦਾ ਗਾ ਪਟਿਆਲਾ ਕਾਰ ਬਾਜ਼ਾਰ ਦਾ। ਜਦੋਂ ਅਸੀਂ ਪਹਿਲਾਂ ਅਕਸਰ ਦੇਖਦੇ ਸੀ ਵੀ ਇੱਥੇ ਰੌਣਕਾਂ ਲੱਗੀਆਂ ਹੁੰਦੀਆਂ ਸੀ, ਪੈਰ ਧਰਨ ਨੂੰ ਵੀ ਜਗ੍ਹਾ ਨਹੀਂ ਸੀ, ਲੇਕਿਨ ਅੱਜ ਹਾਲਾਤ ਦੇਖ ਰਹੇ ਹਾਂ ਕਿ ਸਿਰਫ ਕਾਰਾਂ ਖੜੀਆਂ ਦਿਖ ਰਹੀਆਂ ਨੇ, ਗਾਹਕ ਨਹੀਂ ਜਾਂ ਸਿਰਫ ਦੁਕਾਨਦਾਰ ਨੇ। ਸੋ ਸਰ, ਤੁਸੀਂ ਇਹਨਾਂ ਬਾਰੇ ਕੀ ਕਹੋਗੇ? ਕੀ ਨਾਮ ਆ ਜੀ ਆਪਣਾ? ਮੇਰਾ ਗੁਰਸਿਮਰਨ ਨਾਮ ਹੈ ਜੀ। ਪਹਿਲਾਂ ਬੁੱਧਵਾਰ ਨੂੰ ਬਾਜ਼ਾਰ ਲੱਗਦਾ ਸੀ, ਲੱਗਦਾ ਹੁਣ ਵੀ ਹੈ। ਪਹਿਲਾਂ ਗਾਹਕ ਬਹੁਤ ਹੁੰਦਾ ਸੀ ਬੁੱਧਵਾਰ ਨੂੰ, ਸਾਨੂੰ ਵੀ ਚਾਹ ਹੁੰਦਾ ਸੀ ਵੀ ਬੁੱਧਵਾਰ ਨੂੰ ਅਸੀਂ 2 ਪੈਸੇ ਬਣਾਵਾਂਗੇ, ਗੱਡੀਆਂ ਵੇਚਾਂਗੇ, ਪਰ ਅੱਜ ਦੀ ਡੇਟ 'ਚ ਇੱਕ ਵੀ ਗਾਹਕ ਨਹੀਂ। ਕਰੋਨਾ ਤੋਂ ਬਾਅਦ ਬਿਲਕੁਲ ਕੰਮਕਾਰ ਜ਼ੀਰੋ ਹੋ ਚੁੱਕੇ ਹੈ ਜੀ। ਲੋਕ ਪਹਿਲਾਂ ਆਪਣੀਆਂ ਦੂਜੀਆਂ ਰਿਕੁਆਇਰਮੈਂਟਸ ਪੂਰੀਆਂ ਕਰਨਗੇ ਕਿ ਕਾਰਾਂ ਲੈਣਗੇ ਜੀ। ਸਾਡਾ ਕੰਮਕਾਰ ਬਿਲਕੁਲ ਜ਼ੀਰੋ ਹੋਇਆ ਪਿਆ ਜੀ ਲੋਕਡਾਊਨ ਤੋਂ ਬਾਅਦ। ਸਰ, ਤੁਸੀਂ ਇਸ ਇੱਕ ਜਿਵੇਂ ਕਿ ਪਿਛਲੇ ਟਾਈਮ ਤੋਂ ਲਗਾਤਾਰ ਤੇਲ ਦੇ ਭਾਅ ਵਧੇ ਨੇ, ਚਾਹੇ ਪੈਟਰੋਲ ਹੈ ਚਾਹੇ ਡੀਜ਼ਲ ਹੈ, ਤੁਸੀਂ ਦੋਹੇ ਗੱਡੀਆਂ ਨੂੰ ਡੀਲ ਕਰ ਰਹੇ ਹੋ, ਪੈਟਰੋਲ ਤੇ ਡੀਜ਼ਲ ਨੂੰ। ਕੀ ਇਹ ਵੀ ਇੱਕ ਇਫੈਕਟ ਹੈਗਾ ਵੀ ਕਾਰ ਦਾ ਮੰਦਾ ਹੋਇਆ? ਬਿਲਕੁਲ ਇਫੈਕਟ ਹੈ ਜੀ। ਡੀਜ਼ਲ ਦੇ ਵੀ ਭਾਅ ਵੱਧ ਗਏ ਜੀ, ਪੈਟਰੋਲ ਦੇ ਵੀ ਵੱਧ ਗਏ। ਲੋਕ ਅੱਜ ਕੱਲ੍ਹ CNG ਵੱਲ ਜ਼ਿਆਦਾ ਜਾ ਰਹੇ ਹੈ, ਪਰ CNG ਕੰਪਨੀ ਅਪਰੂਵਡ ਹੀ ਲੈਣ ਦਾ ਫਾਇਦਾ ਹੈ। ਅਸੀਂ ਵੀ ਸੁਜੈਸਟ ਕਰਦੇ ਹਾਂ, ਪਰ ਦੂਜੀ ਗੱਡੀ ਲੈਣ ਦਾ ਕੋਈ ਫਾਇਦਾ ਨਹੀਂ ਜਿਹੜੀ ਬਿਨਾਂ CNG ਤੋਂ ਹੈ ਜੀ। ਸੋ ਆਪਾਂ ਕੁਝ ਹੋਰ ਦੁਕਾਨਦਾਰਾਂ ਨਾਲ ਗੱਲ ਕਰਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਜੀ? मेरा अशोक कुमार जी, ਕਿਹੜੇ ਕਾਰ ਬਾਜ਼ਾਰ ਤੋਂ ਜੀ? अपना सैनिक कार बाजार था जी। ਸੈਨਿਕ ਕਾਰ ਬਾਜ਼ਾਰ ਪਟਿਆਲਾ ਤੋਂ ਜੀ। ਭਾਜੀ, ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ? भाई बहुत ज़्यादा माड़े हालात ने जी इस ਕੰਮ ਨੂੰ ਲੈ ਕੇ ਜੀ। हाँ जी, पहला कोरोना तो पहला ही कुछ विक भी जाता सी, हुण तां सर कागज़ी वेट हुंदी है सिर भी आएगा कदे तां हुंदा बुधवार कोई कस्टमर नहीं आंदा जी। बहुत माड़ा हाल है जी। ਸੋ ਜੇਕਰ ਤੁਹਾਡੇ, ਕਿਉਂਕਿ ਕਾਕਾ ਕਾਰ ਬਾਜ਼ਾਰ ਤੇ ਸੈਨਿਕ ਕਾਰ ਬਾਜ਼ਾਰ 2 ਫੇਮਸ ਸ਼ਾਪਸ ਨੇ ਇਸ ਜਗ੍ਹਾ ਦੀਆਂ, ਪਹਿਲਾਂ ਸੇਲ ਕਿਵੇਂ ਸੀ? ਕਰੋਨਾ ਤੋਂ ਪਹਿਲਾਂ ਕਿਵੇਂ ਸੇਲ ਸੀ? ਅੱਜ ਸੇਲ ਕਿੰਨੀ ਹੈ ਕਾਰਾਂ ਦੀ? ज़्यादा फर्क है जी। पहला तो बहुत वधिया सेल सी अपनी गई है जी, हुण तां बहुत ज़्यादा माड़ा हाल है जी। बुधवार जी बुधवार ਨੂੰ ਲੱਗਾ ਜੀ, ਬਾਕੀ ਦਿਨ 'ਚ ਵੀ ਲੱਗ ਚੱਲੋ, ਕੋਈ ਕਸਟਮਰ ਨੇ ਜੀ, ਕੁਛ ਨਹੀਂ ਹੈਗਾ। ਹਰੇਕ ਚੀਜ਼ ਦਾ ਫਰਕ ਹੈ ਜੀ ਬਹੁਤ ਜ਼ਿਆਦਾ। ਪਹਿਲਾਂ ਆਪਾਂ ਅਮੂਮਨ ਬੁੱਧਵਾਰ ਨੂੰ ਤੁਸੀਂ ਇਹ 2 ਦੁਕਾਨਾਂ ਵਾਲੇ ਰਲ ਕੇ ਤਕਰੀਬਨ ਕਿੰਨੀਆਂ ਕਾਰਾਂ ਸੇਲ ਕਰ ਦਿੰਦੇ ਸੀ? ਸਰ ਇਹਦੇ
60 ਕਾਰਾਂ ਅਸੀਂ ਵੇਚ ਦਿੰਦੇ ਹੁੰਦੇ ਸੀ ਬੁੱਧਵਾਰ ਮਹੀਨੇ ਦੀਆਂ ਮਹੀਨੇ ਦੇ ਵਿੱਚ, ਜਿਹੜੀਆਂ ਕਿ ਹੁਣ ਸਾਡੀਆਂ 10 ਦੀ ਸੇਲ ਰਹਿ ਗਈ, ਦੋਨੇ ਕਾਰ ਬਾਜ਼ਾਰਾਂ ਦੀ ਦੋਨੇ ਕਾਰ ਬਾਜ਼ਾਰ ਸੀ 60-65 ਕਾਰਾਂ ਵੇਚ ਦਿੰਦੇ ਸੀ ਇੱਕ ਮਹੀਨੇ 'ਚ, ਜਿਹੜੀ ਸਾਡੀ ਸੇਲ ਘਟ ਗਈ, ਹੁਣ 10 ਕਾਰਾਂ ਦੀ ਰਹਿ ਗਈ। ਬਿਲਕੁਲ ਜੀ। ਹਾਂਜੀ ਪਰ ਮੰਥ ਦਾ ਨਹੀਂ ਇੱਕ ਦਿਨ ਦੀ ਨਹੀਂ ਕੱਢਿਆ ਸਰ। ਸੋ ਇਹ ਸੀ ਕਾਕਾ ਕਾਰ ਬਾਜ਼ਾਰ ਤੋਂ ਤੇ ਸੈਣੀ ਕਾਰ ਬਾਜ਼ਾਰ ਤੋਂ ਉਹਨਾਂ ਦੇ ਮਾਲਕ ਤੇ ਨਾਲ। ਅੱਛਾ ਭਾਜੀ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਭਾਈ ਸਾਹਿਬ ਨੂੰ? ਹਾਂਜੀ ਹਰਮੇਸ਼ ਜੀ। ਹਾਂਜੀ ਕਰੋਨਾ ਮਹਾਮਾਰੀ ਤੋਂ ਬਾਅਦ ਤਾਂ ਬਹੁਤ ਮੰਦਾ ਪੈ ਗਿਆ, ਰੁਪਈਏ ਚੋਂ 25 ਪੈਸੇ ਕੰਮ ਰਹਿ ਗਿਆ ਜੀ। ਬਿਲਕੁਲ ਜੀ। ਸੋ ਖਰਚੇ ਕਿੱਥੇ ਖੜੇ ਨੇ ਜੀ? ਖਰਚੇ ਵਧੇ ਵੀ ਨੇ, ਪਹਿਲਾਂ ਜਿੰਨੇ ਖਰਚੇ ਤਾਂ ਉੱਥੇ ਦੇ ਉੱਥੇ ਨੇ ਜੀ। ਜੀ। ਆਮਦਨਾਂ ਘਟ ਗਈਆਂ, ਖਰਚੇ ਉਨੇ ਹੀ ਨੇ ਜੀ। ਨੇ ਤੇਲ ਨੂੰ ਵੀ ਤੁਸੀਂ ਵੀ ਵੀ ਤੇਲ ਕੀਮਤਾਂ ਵਧੀਆਂ ਨੇ, ਇਹਨੂੰ ਵੀ ਤੁਸੀਂ ਕਿਤੇ ਕਿਤੇ ਜ਼ਿੰਮੇਵਾਰ ਸਮਝਦੇ ਹੋਗੇ? ਇਹਦੇ ਨਾਲ ਹੀ ਬਹੁਤ ਫਰਕ ਪਿਆ ਗੱਡੀਆਂ ਨੂੰ ਜੀ। ਹੁਣ ਲੋੜ ਮੁਤਾਬਕ ਅਗਲਾ ਚਲਾਉਂਦਾ ਹੈ, ਨਹੀਂ ਤਾਂ ਖੜਾ ਦਿੰਦਾ ਘਰੇ, ਜਿੰਨੀ ਜ਼ਰੂਰਤ ਆ ਉਨੀ ਚਲਾਉਂਦਾ ਜੀ। ਅਦਰਵਾਈਜ਼ ਅਗਲਾ 2 ਵੀਲਰ ਜਾਂਦਾ ਹੈ, ਯੂਜ਼ ਕਰਦਾ ਅਗਲਾ ਹੈਗਾ। ਤੇਲ 103 ਰੁਪਏ ਨੂੰ ਪਹੁੰਚਿਆ ਹੋਇਆ ਜੀ ਅਗਲਾ, ਬਹੁਤ ਮਾਰ ਪੈਂਦੀ ਹੈ ਤੇਲ ਦੀ ਤਾਂ ਜੀ। ਬਿਲਕੁਲ ਜੀ। ਸੋ ਇਹ ਪਟਿਆਲਾ ਕਾਰ ਬਾਜ਼ਾਰ ਦੇ ਉੱਪਰੋਂ ਕਾਕਾ ਕਾਰ ਬਾਜ਼ਾਰ ਤੇ ਸੈਣੀ ਕਾਰ ਬਾਜ਼ਾਰ ਦੇ ਓਨਰ ਸੀਗੇ, ਜੋ ਇਹਨਾਂ ਨੇ ਕੀ ਦੱਸਿਆ ਕਿ ਪਹਿਲਾਂ ਕੰਮ ਬਹੁਤ ਅੱਛਾ ਸੀ ਕਰੋਨਾ ਤੋਂ ਪਹਿਲਾਂ, ਜਿਵੇਂ ਕਿ ਕਾਕਾ ਕਾਰ ਬਾਜ਼ਾਰ ਤੋਂ ਨਹੀਂ ਪੂਰੇ ਹੋ ਰਹੇ ਜੀ। ਹਾਂਜੀ। ਹੁਣ ਤਾਂ ਦੁਕਾਨਾਂ ਦੇ ਖਰਚੇ ਵੀ ਨਹੀਂ ਪੂਰੇ ਹੋ ਰਹੇ ਜੀ। ਕਿਰਾਏ ਤੇ ਦੁਕਾਨਾਂ ਹੈ ਜੀ, ਬਿਜਲੀ ਦੇ ਬਿੱਲ, ਪ੍ਰਾਪਰਟੀ ਟੈਕਸ ਖਰਚੇ ਵੀ ਦੇਣੇ ਔਖੇ ਹੋਏ ਆ ਜੀ। ਨੌਕਰਾਂ ਦੇ ਖਰਚੇ ਹੈ ਜੀ, ਕਿਰਾਇਆ ਹੈ, ਖਰਚੇ ਤਾਂ ਵੱਧ ਹੀ ਰਹੇ ਨੇ ਜੀ, ਘਟ ਨਹੀਂ ਰਹੇ। ਸੋ ਭਾਜੀ ਤੁਸੀਂ ਕੀ ਬੋਲੋਗੇ, ਕਿਉਂਕਿ ਦੁਕਾਨ ਪਿੱਛੇ ਦੁਕਾਨਾਂ ਦੀਆਂ ਜੋ ਗੱਡੀਆਂ ਖੜੀ ਨੇ ਕਾਰ ਬਾਜ਼ਾਰ ਵਾਲਿਆਂ ਦੀਆਂ, ਇੱਥੇ ਮੈਨੂੰ ਕੋਈ ਵੀ ਕਸਟਮਰ ਨਹੀਂ ਦਿਖ ਰਿਹਾ ਹੈਗਾ, ਸਿਰਫ ਵਿਹਲੇ ਬੈਠੇ ਗਾਹਕ ਹੈ ਨਹੀਂ, ਅਸੀਂ ਵਿਹਲੇ ਬੈਠੇ ਆਂ ਜੀ, ਚਾਹ ਪੀ ਜਾਂਦੇ ਆ ਕੇ ਮੁੜ ਜਾਂਦੇ ਆ, ਚਲੇ ਜਾਂਦੇ ਆ। ਸਰ ਅੱਜ ਦੀ ਗੱਲ ਕਰੀਏ ਬੁੱਧਵਾਰ ਦੀ, ਤੁਸੀਂ ਤਕਰੀਬਨ 3-4 ਕਾਰ ਬਾਜ਼ਾਰ ਦੇ ਮਾਲਕ ਖੜੇ ਹੋਗੇ, ਅੱਜ ਤੁਸੀਂ ਰਲ ਕੇ ਕਿੰਨੀਆਂ ਕਾਰਾਂ ਵੇਚੀਆਂ ਨੇ ਸਵੇਰ ਤੋਂ ਹੁਣ ਤੱਕ, ਕਿਉਂਕਿ ਸ਼ਾਮ ਦਾ ਟਾਈਮ ਹੋ ਚੁੱਕਿਆ ਹੈ? ਕੋਈ ਵੀ ਨਹੀਂ ਵੇਚੇ ਹੈ ਜੀ, ਵਿਹਲੇ ਬੈਠੇ ਆਂ ਜੀ। ਅੱਜ ਕੋਈ ਵੀ ਸੇਲ ਨਹੀਂ ਹੋਈ? ਨਾ ਜੀ, ਇੰਨੇ ਪੈਸੇ ਲਾ ਕੇ ਜੀ ਵਿਹਲੇ ਬੈਠੇ ਆ, ਬਿਲਕੁਲ ਕੰਮ ਨਹੀਂ ਹੈਗਾ ਜੀ। ਸੋ ਜਿਵੇਂ ਇਹਨਾਂ ਨੇ ਵੀ ਆਪਣਾ ਪ੍ਰੋਬਲਮਸ ਦੱਸੀਆਂ ਨੇ ਵੀ ਸਾਡੇ ਖਰਚੇ ਚਾਹੇ ਕਿ ਮਾਰਕੀਟਾਂ ਖੁੱਲ੍ਹ ਗਈਆਂ ਨੇ, ਸਾਨੂੰ ਅਨੁਮਤੀ ਮਿਲ ਗਈ ਹੈ ਜੀ ਕਾਰ ਬਾਜ਼ਾਰ ਲਗਾਉਣ ਦੀ, ਲੇਕਿਨ ਜਿਵੇਂ ਸਾਡੇ ਵੀਰ ਸਾਰੇ ਦੱਸ ਰਹੇ ਨੇ, ਦੁਕਾਨਦਾਰ ਦੱਸ ਰਹੇ ਨੇ ਵੀ ਕਾਰਾਂ ਸਵੇਰ ਦੀ, ਅੱਜ ਬੁੱਧਵਾਰ ਦਾ ਦਿਨ ਹੈ ਜੀ, ਜੋ ਕਿ ਨਾ ਸਭ ਤੋਂ ਵੱਡਾ ਦਿਨ ਮੰਨਿਆ ਜਾਂਦਾ, ਕਿਉਂਕਿ ਬੁੱਧਵਾਰ ਨੂੰ ਸਭ ਤੋਂ ਜ਼ਿਆਦਾ ਇੱਥੇ ਸੇਲ ਪਰਚੇਜ ਦਾ ਕੰਮ ਹੁੰਦਾ ਹੈ। ਲੇਕਿਨ ਜਿਵੇਂ 4-5 ਦੁਕਾਨਦਾਰ ਸਾਡੇ ਨਾਲ ਜੁੜੇ ਸੀ, ਇਹਨਾਂ ਨੇ ਦੱਸਿਆ ਵੀ ਇੱਕ ਤਾਂ ਤੇਲ ਨੇ ਤੇ ਦੂਸਰਾ ਕਰੋਨਾ ਮਹਾਮਾਰੀ ਨੇ ਕਾਰ ਬਾਜ਼ਾਰ ਨੂੰ ਤਬਾਹ ਕਰਕੇ ਰੱਖ ਦਿੱਤਾ। ਜਿੱਥੇ ਇਹ ਮਹੀਨੇ ਦੀਆਂ 100 ਗੱਡੀਆਂ 2 ਦੁਕਾਨਦਾਰ ਵੇਚਦੇ ਸੀ, ਅੱਜ ਇਹ ਕਹਿ ਰਹੇ ਨੇ 4-5 ਦੁਕਾਨਦਾਰਾਂ ਰਲ ਕੇ ਇੱਕ ਵੀ ਗੱਡੀ ਸੇਲ ਨਹੀਂ ਕੀਤੀ, ਜਦੋਂ ਕਿ ਬੁੱਧਵਾਰ ਦੇ ਵਿੱਚ ਬਹੁਤ ਜ਼ਿਆਦਾ ਸੇਲ ਪਰਚੇਜ ਹੁੰਦੀ ਹੈ ਪਟਿਆਲੇ ਦੇ ਵਿੱਚ। ਆਪਾਂ ਕੁਝ ਹੋਰ ਦੁਕਾਨਦਾਰਾਂ ਨੂੰ ਮਿਲਦੇ ਹਾਂ ਤੇ ਉਹਨਾਂ ਬਾਰੇ, ਇਸ ਕਾਰ ਬਾਜ਼ਾਰ ਬਾਰੇ ਤੇ ਇਸ ਕਰੋਨਾ ਮਹਾਮਾਰੀ ਦੌਰਾਨ ਕਾਰ ਬਾਜ਼ਾਰ ਦੇ ਉੱਪਰ ਤੇ ਦੁਕਾਨਦਾਰਾਂ ਨਾਲ ਕੀ ਬੀਤ ਰਹੀ ਆ, ਆਪਾਂ ਹੋਰ ਵੀ ਗੱਲ ਕਰਦੇ ਹਾਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਾਰ ਬਾਜ਼ਾਰ ਦੇ ਵਿੱਚ ਗਾਹਕ ਕਿਤੇ ਨਹੀਂ ਦਿਖਿਆ, ਸਾਡੇ ਕੈਮਰਾਮੈਨ ਨੇ ਤੁਹਾਨੂੰ ਦਿਖਾਏ ਨੇ, ਸ਼ਾਟ ਲੈਤੇ ਨੇ ਕਾਰ ਬਾਜ਼ਾਰ ਦੇ। ਹੁਣ ਆਪਾਂ ਪਹੁੰਚੇ ਜੀ ਸੰਤ ਕਾਰ ਬਾਜ਼ਾਰ ਵਾਲਿਆਂ ਕੋਲੇ, ਰਾਇਲ ਮੋਟਰਸ ਵਾਲਿਆਂ ਕੋਲੇ, A1 ਕਾਰ ਬਾਜ਼ਾਰ ਵਾਲਿਆਂ ਕੋਲੇ। ਇੱਧਰ ਮੈਂ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਾਂਗਾ, ਦਿਖਾਵਾਂਗੇ ਵੀ ਸਿਰਫ ਗੱਡੀਆਂ ਖੜੀਆਂ ਨੇ, ਕਿਤੇ ਵੀ ਕੋਈ ਕਸਟਮਰ ਨਹੀਂ ਦਿਖਾਈ ਦੇ ਰਿਹਾ। ਸੋ ਸੰਤ ਕਾਰ ਬਾਜ਼ਾਰ ਦੇ ਬਿਲਕੁਲ ਸਾਹਮਣੇ ਖੜੇ। ਹੁਣ ਆਪਾਂ ਗੱਲ ਕਰਾਂਗੇ ਜੀ ਰੂਬੀ ਛਾਬੜਾ ਜੀ, ਸੰਤ ਕਾਰ ਬਾਜ਼ਾਰ ਤੋਂ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਹਾਲਾਤ ਜਾਣਦੇ ਹਾਂ ਵੀ ਹਾਲਾਤ ਕਿਸ ਤਰ੍ਹਾਂ ਦੇ ਬਣ ਚੁੱਕੇ ਨੇ, ਕਿਉਂਕਿ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਹਾਲਾਤ ਬਹੁਤ ਕ੍ਰਿਟੀਕਲ ਹੋ ਚੁੱਕੇ ਨੇ। ਹਾਲਾਤ ਕ੍ਰਿਟੀਕਲ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਕਿਰਪਾਲ ਸਿੰਘ। ਕਿਰਪਾਲ ਸਿੰਘ ਜੀ, ਕਾਰ ਬਾਜ਼ਾਰ ਅੱਜ ਬੁੱਧਵਾਰ ਹੈ ਤੇ ਤੁਸੀਂ, ਮੈਂ ਦੇਖਿਆ ਤੁਸੀਂ ਗੇਟ ਤੋਂ ਅੰਦਰੋਂ ਬਾਹਰ ਆ ਰਹੇ ਹੋਗੇ, ਤੁਸੀਂ ਅੱਜ ਉੱਥੇ ਕਿਉਂ ਨਹੀਂ ਹੈਗੇ? ਮੈਂ ਤਾਂ ਤੁਹਾਨੂੰ ਕਸਟਮਰ ਸਮਝ ਕੇ ਬਾਹਰ ਆਇਆ ਸੀਗਾ ਜੀ। ਮੈਂ ਕੋਈ ਗਾਹਕ ਆਇਆ ਸਵੇਰ ਦਾ, ਕੋਈ ਦੇਖਿਆ ਤਾਂ ਹੈ ਨਹੀਂ, ਤੁਸੀਂ ਰਿਪੋਰਟਰ ਨਿਕਲ ਆਏ ਤੇ ਓਕੇ, ਤੇ ਤੁਸੀਂ ਮੈਨੂੰ ਗਾਹਕ ਸਮਝ ਕੇ ਬਾਹਰ ਆਏ ਸੀ? ਹੋਰ ਮੈਨੂੰ ਤਾਂ ਨਹੀਂ, ਅੱਜ ਬੁੱਧਵਾਰ ਹੈ ਜੀ, ਬੁੱਧਵਾਰ ਨੂੰ ਤਾਂ ਕਾਰ ਬਾਜ਼ਾਰ ਦੇ ਵਿੱਚ ਬਹੁਤ ਰੌਣਕਾਂ ਹੁੰਦੀਆਂ ਨੇ, ਅੱਜ ਕੀ ਕਾਰਨ ਹੈ, ਕਿਉਂ ਸਨਾਟਾ ਕਿਉਂ ਛਾਇਆ ਹੋਇਆ ਇੱਥੇ? ਕੰਮ ਕਾਰ ਦੇ ਵਿੱਚ ਵੈਸੇ ਮੰਦਾ ਚੱਲ ਰਿਹਾ ਹੈਗਾ, ਉੱਪਰੋਂ ਗਰਮੀ ਦੇ ਦਿਨ, ਇਹਨਾਂ ਦਿਨਾਂ 'ਚ ਕੰਮ ਕਾਰ ਹੈ ਨਹੀਂ ਹੈਗਾ, ਠੀਕ ਹੈ ਕਿ ਨਹੀਂ? ਤੇ ਗਾਹਕ ਕੁਛ ਕਰੋਨਾ ਦਾ ਮਾਰੀ ਸਮਝ ਲਓ, ਕੁਝ ਬਿਜ਼ਨਸ ਵੈਸੇ ਹੀ ਠੱਪ ਚੱਲੇ ਜਾ ਰਹੇ ਨੇ, ਕਿਸਾਨ ਧਰਨੇ ਤੇ ਬੈਠਾ, ਉਹਨਾਂ ਕਰਕੇ ਬੜਾ ਇਫੈਕਟ ਪਿਆ ਸ਼ਹਿਰੀ ਬਿਜ਼ਨਸ 'ਚ। ਇਹ ਕਾਫੀ ਕਾਰਨ ਨੇ ਜਿਨ੍ਹਾਂ ਕਰਕੇ ਬਿਜ਼ਨਸ ਡਾਊਨ ਗਿਆ ਹੈ ਸਾਡਾ। ਸਰ ਪਹਿਲਾਂ ਤੁਸੀਂ ਬੁੱਧਵਾਰ ਨੂੰ, ਜੇ ਤੁਹਾਡੇ ਕੱਲਿਆਂ ਦੀ ਗੱਲ ਕਰਾਂ ਸੰਤ ਕਾਰ ਬਾਜ਼ਾਰ ਦੀ, ਕਿੰਨੀਆਂ ਕਿੰਨੀਆਂ ਗੱਡੀਆਂ ਸੇਲ ਕਰ ਦਿੰਦੇ ਸੀਗੇ? ਨਹੀਂ, ਇਸ ਤਰ੍ਹਾਂ ਕੋਈ ਫਿਕਸ ਨਹੀਂ ਹੈ, ਗਾਹਕ ਔਰ ਕਸਟਮਰ ਜਿਵੇਂ ਕਹਿੰਦੇ ਡਿਪੈਂਡ ਨਹੀਂ ਕਰਦਾ, ਕਦੇ ਵੀ ਕੁਝ ਕਦੇ ਵੀ ਆ ਜਾਂਦੇ। ਜਿਹੜਾ ਮੇਨ ਸੀਜ਼ਨ ਹੁੰਦਾ ਸਾਡਾ ਸਰਦੀਆਂ 'ਚ ਸੀਜ਼ਨ ਹੁੰਦਾ, ਗਰਮੀਆਂ 'ਚ ਇਤਨਾ ਫਲੋ ਨਹੀਂ ਹੁੰਦਾ ਕਸਟਮਰ ਦਾ। ਤੇ ਹੁਣ ਤਾਂ ਇਹ ਬਿਲਕੁਲ ਹੀ ਖਤਮ ਹੋਇਆ ਪਿਆ, ਤਾਂ ਟੋਟਲ ਵੇਲੇ ਬੈਠੇ ਹੈਗੇ। ਕਿਰਪਾਲ ਜੀ, ਜੇਕਰ ਗੱਲ ਕਰੀ ਕਿੰਨੇ ਟਾਈਮ ਤੋਂ ਤੁਸੀਂ ਕਾਰ ਬਾਜ਼ਾਰ ਦੇ ਵਿੱਚ ਕੰਮ ਕਰ ਰਹੇ ਹੋ? ਮੈਨੂੰ 8-10 ਸਾਲ ਹੋ ਗਏ। 8-10 ਸਾਲ। ਇੰਨੀ ਮੰਦੀ ਕਦੇ ਪਹਿਲਾਂ ਆਈ ਹੈ? ਨਹੀਂ, ਇੰਨੀ ਮੰਦੀ ਕਦੇ ਨਹੀਂ ਆਈ। ਬਿਲਕੁਲ ਜੀ, ਜਿਵੇਂ ਕਿ ਆਪਾਂ ਦੇਖ ਰਹੇ ਹਾਂ ਬੁੱਧਵਾਰ ਦਾ ਦਿਨ ਆ, ਲੇਕਿਨ ਤੁਸੀਂ ਸਾਨੂੰ ਵੀ ਕਿਹਾ ਵੀ ਤੁਹਾਨੂੰ ਸਰ ਮੈਂ ਇਹ ਦੇਖ ਕੇ ਵੀ ਸ਼ਾਇਦ ਕੋਈ ਕਸਟਮਰ ਬਾਹਰ ਆਇਆ। ਅੱਜ ਸਵੇਰ ਦੀ ਕੋਈ ਗੱਡੀ ਸੇਲ ਕੀਤੀ ਹੈ ਜੀ? ਨਾ, ਕੋਈ ਨਹੀਂ ਸੇਲ ਕੀਤੀ। ਤੇ ਅੱਜ ਬੁੱਧਵਾਰ ਦੇ ਬਾਵਜੂਦ ਵੀ ਗੱਡੀ ਸੇਲ ਨਹੀਂ ਕੋਈ? ਨਹੀਂ। ਕਿੰਨੇ ਗਾਹਕ ਗੱਡੀਆਂ ਦੇਖਣ ਆਏ ਨੇ ਅੱਜ, ਜੇ ਗੱਲ ਇੱਕ ਵੀ ਕੋਈ ਵੀ ਨਹੀਂ। ਮਾਰਕੀਟ ਦੇ ਵਿੱਚ ਗਾਹਕ ਹੀ ਨਹੀਂ ਜੀ? ਨਹੀਂ, ਗਾਹਕ ਹੀ ਨਹੀਂ ਹੈਗਾ।
ਸੋ ਕਿਰਪਾਲ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ 8-10 ਸਾਲ ਤੋਂ ਇਹ ਕੰਮ ਕਰ ਰਹੇ ਨੇ, ਲੇਕਿਨ ਮੰਦੀ ਐਨੀ ਹੈ ਕਿ ਅੱਜ ਬੁੱਧਵਾਰ ਦਾ ਦਿਨ ਹੋਣ ਦੇ ਬਾਵਜੂਦ ਗੱਡੀ ਵਿਕਣੀ ਬਹੁਤ ਦੂਰ ਦੀ ਗੱਲ ਹੈ, ਕੋਈ ਗਾਹਕ ਗੱਡੀ ਦੇਖਣ ਤੱਕ ਵੀ ਨਹੀਂ ਆਇਆ। ਆਪਾਂ ਹੋਰ ਦੁਕਾਨਦਾਰਾਂ ਦੇ ਨਾਲ ਗੱਲ ਕਰਦੇ ਹਾਂ ਜੀ। ਸੋ ਇੱਧਰ ਕਾਰ ਬਾਜ਼ਾਰ ਰਾਇਲ ਮੋਟਰਸ ਵਾਲੇ, ਸੋ ਰਾਇਲ ਮੋਟਰਸ ਤੁਸੀਂ ਦੇਖ ਰਹੇ ਹੋ। ਸਤਿ ਸ਼੍ਰੀ ਅਕਾਲ ਸਰ। ਸਰ ਬਾਜ਼ਾਰ ਬਾਹਰ ਅੱਜ ਬੁੱਧਵਾਰ ਦਾ ਦਿਨ ਹੈ ਤੇ ਤੁਸੀਂ ਰਾਇਲ ਮੋਟਰਸ ਵਾਲੇ ਅੰਦਰ ਬੈਠੇ ਹੋ, ਕੀ ਕਾਰਨ ਹੈ? ਕੰਮਕਾਰ ਹੈ ਨਹੀਂ ਮਾਰਕੀਟ 'ਚ। ਕੀ ਕਾਰਨ ਹੈ ਜੀ ਕੰਮ ਮੰਦਾ ਹੋਣ ਦਾ ਕਾਰਨ? ਕਾਰਨ ਬਸ ਤੁਸੀਂ ਕੀ ਸੋਚਦੇ ਹੋ ਵੀ ਇੰਨਾ ਮੰਦਾ ਕਿਉਂ ਪੈ ਰਿਹਾ ਹੈ? ਕਰੋਨਾ ਕਰਕੇ ਲਾ ਲਓ, ਮਹਿੰਗਾਈ ਕਰਕੇ ਲਾ ਲਓ, ਕੁਝ ਜ਼ਿਮੀਂਦਾਰ ਜਿਹੜਾ ਕਿਸਾਨ ਉਹ ਚੱਲ ਰਿਹਾ ਅੰਦੋਲਨ ਉਹਦੇ ਕਰਕੇ ਲਾ ਲਓ। ਹਾਂਜੀ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ, ਅੰਦੋਲਨ ਕਰਕੇ ਤਕਰੀਬਨ 50% ਇਨਕਮ ਜਿਹੜੀ ਹੈ ਉਹ ਦੁਕਾਨਦਾਰਾਂ ਨੂੰ ਕਿਸਾਨਾਂ ਤੋਂ ਹੈ। ਕਿਸਾਨ 1 ਸਾਲ ਤੋਂ ਪਰੇਸ਼ਾਨ ਨੇ ਤੇ ਕਾਰੋਬਾਰ ਕਿੱਥੇ ਚੱਲ ਸਕਦਾ। ਸੋ ਸਰ ਜੇਕਰ ਗੱਲ ਕਰੀਏ ਇਸ ਬਿਜ਼ਨਸ ਤੋਂ ਬਿਨਾਂ ਤੁਹਾਡਾ ਕੋਈ ਹੋਰ ਬਿਜ਼ਨਸ ਹੈ ਜਿੱਥੋਂ ਆਪਾਂ ਘਰ ਦੀ ਅਰਨਿੰਗ ਕਰ ਸਕੀਏ? ਇਹ ਕਾਰਾਂ ਦੀ ਕਰਦੇ ਆ। ਤੇ ਫਿਰ ਘਰ ਦਾ ਗੁਜ਼ਾਰਾ ਕਿਵੇਂ? ਕਿਉਂਕਿ ਲੰਮੇ ਟਾਈਮ ਤਾਂ ਦੁਕਾਨਦਾਰੀ ਵੈਸੇ ਹੀ ਬੰਦ ਰਹੀ ਹੈ, ਕਾਰ ਬਾਜ਼ਾਰ ਬੰਦ ਰਹੇ ਨੇ ਜੀ। ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਦੁਕਾਨ ਬਿਜ਼ਨਸ ਨਹੀਂ ਹੈਗਾ, ਗਾਹਕ ਨਹੀਂ ਹੈਗਾ, ਫਿਰ ਘਰ ਦੇ ਖਰਚੇ ਕਿਵੇਂ ਚੱਲਣਗੇ, ਪਰਿਵਾਰ ਕਿਵੇਂ ਪਲਣਗੇ? ਦੇਖਦੇ ਹੁਣ ਕੀ ਕਰੀਏ, ਤਾਂ ਹੁਣ ਦੇਖਦੇ ਹੁਣ ਛੱਡ ਵੀ ਨਹੀਂ ਸਕਦੇ, ਕੀ ਕਰੀਏ। ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਸਹਾਇਤਾ ਹੁਣ ਤੱਕ ਮਿਲੀ ਹੈ ਕਾਰ ਬਾਜ਼ਾਰ ਨੂੰ? ਕੋਈ ਸਹਾਇਤਾ ਨਹੀਂ ਪ੍ਰਸ਼ਾਸਨ ਦੀ, ਕੋਈ ਸਹਾਇਤਾ ਨਹੀਂ। ਸੋ ਇਹ ਦੱਸ ਰਹੇ ਨੇ ਰਾਇਲ ਕਾਰ ਬਾਜ਼ਾਰ ਤੋਂ ਕਿ ਬਿਜ਼ਨਸ ਬਹੁਤ ਮੰਦਾ ਹੈ, ਖਰਚੇ ਉਸੇ ਤਰ੍ਹਾਂ ਨੇ ਤੇ ਪਰਿਵਾਰ ਚਲਾਉਣੇ ਵੀ ਮੁਸ਼ਕਿਲ ਹੋਣਗੇ ਕਿਉਂਕਿ ਇਹੀ ਇਹਨਾਂ ਦਾ ਮੇਨ ਬਿਜ਼ਨਸ ਨੇ, ਇਸ ਤੋਂ ਬਿਨਾਂ ਕੋਈ ਅਰਨਿੰਗ ਦਾ ਸਾਧਨ ਨਹੀਂ ਹੈਗਾ। ਸੋ ਬਾਜ਼ਾਰ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਨੇ। ਸੋ ਹੁਣ ਆਪਾਂ ਪਹੁੰਚੇ ਜੀ ਰਾਜ ਫਾਈਨੈਂਸ ਵਾਲਿਆਂ ਕੋਲੇ, ਕਿਉਂਕਿ ਜਿਹੜੇ ਇੱਥੇ ਅਕਸਰ ਕਸਟਮਰ ਗੱਡੀਆਂ ਖਰੀਦਣ ਆਉਂਦੇ ਨੇ ਉਹ ਫਾਈਨੈਂਸ ਵੀ ਇੱਥੋਂ ਕਰਵਾਉਂਦੇ ਨੇ, ਕਿਉਂਕਿ ਕਾਰ ਬਾਜ਼ਾਰ ਵਾਲਿਆਂ ਨੇ ਇਹ ਫੈਸਿਲਿਟੀ ਦਿੱਤੀ ਹੋਈ ਹੈ ਹਰ ਇੱਕ ਕਸਟਮਰ ਨੂੰ ਵੀ ਜੇਕਰ ਕੋਈ ਕਸਟਮਰ ਆਪਣੀ ਗੱਡੀ ਫਾਈਨੈਂਸ ਕਰਾਉਣੀ ਚਾਹੁੰਦਾ ਤਾਂ ਇੱਥੇ ਫਾਈਨੈਂਸ ਕਰਾਉਂਦੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕੀ ਨਾਮ ਹੈ ਸਰ? ਅਨਿਲ ਕੁਮਾਰ ਜੀ। ਸਰ ਫਾਈਨੈਂਸ ਦਾ ਤੁਹਾਡਾ ਕੰਮ ਹੈ, ਤਕਰੀਬਨ ਬਾਜ਼ਾਰ ਦੇ ਵਿੱਚ ਜ਼ਿਆਦਾਤਰ ਤੁਸੀਂ ਗੱਡੀਆਂ ਫਾਈਨੈਂਸ ਕਰਦੇ ਹੋ। ਜੇਕਰ ਆਪਾਂ ਇਹ ਮੰਦੀ ਜੋ ਹੁਣ ਚੱਲ ਰਹੀ ਹੈ, ਜਿਵੇਂ ਬਾਜ਼ਾਰ ਖਾਲੀ ਪਏ ਨੇ, ਇਸ ਤੋਂ ਪਹਿਲਾਂ ਤੁਸੀਂ ਤਕਰੀਬਨ ਮਹੀਨੇ ਦੇ ਵਿੱਚ ਕਿੰਨੀਆਂ ਗੱਡੀਆਂ ਫਾਈਨੈਂਸ ਕਰਦੇ ਸੀ? ਪਹਿਲਾਂ ਨਾਰਮਲ ਸੀਗੀਆਂ 15 ਤੋਂ 20 ਕਾਰਾਂ ਮੰਥ ਦੀਆਂ ਕਰ ਦਿੰਦੇ ਸੀਗੇ। ਹਾਂਜੀ ਹਾਂਜੀ। ਤੇ ਹੁਣ ਦੇ ਕੀ ਹਾਲਾਤ ਨੇ ਜੀ? ਹੁਣ ਹਾਲਾਤ ਬਹੁਤ ਬਿਹਤਰ ਨੇ ਜੀ, ਬਹੁਤ ਜ਼ਿਆਦਾ ਬੁਰੇ ਹਾਲ ਨੇ ਇਸ ਟਾਈਮ। ਠੀਕ ਹੈ ਜੀ। ਫਾਰਮਰ ਸਾਰੇ ਬਿਜ਼ੀ ਨੇ, ਦਿੱਲੀ ਲਾ ਰੱਖੇ ਨੇ, ਕੋਈ ਕੰਮਕਾਰ ਹੈ ਨਹੀਂਗਾ। ਟੈਕਸਾਂ ਦੀ ਬਹੁਤ ਪ੍ਰੋਬਲਮ ਹੈ, ਆਰਸੀਆਂ ਨਹੀਂ ਆਉਂਦੀਆਂ, ਟੈਕਸ ਵੱਧ ਚੁੱਕੇ ਨੇ ਇਸ ਟਾਈਮ। ਕਸਟਮਰ ਆਉਣ ਤੋਂ ਪਹਿਲਾਂ ਸੋਚਦਾ ਡੀਜ਼ਲ ਪੈਟਰੋਲ ਦੇ ਰੇਟ ਕਿੱਥੇ ਨੇ। ਹਾਲਾਤ ਬਹੁਤ ਜ਼ਿਆਦਾ ਬੱਤਰ ਨੇ ਇਸ ਟਾਈਮ। ਆਊਟਪੁੱਟ ਬਿਲਕੁਲ ਜ਼ੀਰੋ ਹੋਈ ਪਈ ਹੈ। ਸ਼ਾਪ ਦੇ ਸਾਡੇ 20 ਤੋਂ 25,000 ਰੁਪਏ ਰੈਂਟ ਨੇ, ਉਹ ਵੀ ਨਹੀਂ ਨਿਕਲ ਪਾ ਰਹੇ ਇਸ ਟਾਈਮ ਜੀ। ਫਿਰ ਕਿਵੇਂ ਦੇਖਦੇ ਹੋ ਵੀ ਇਸ ਮੰਦੀ ਤੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ? ਸਮਝ ਹੀ ਨਹੀਂ ਆ ਰਿਹਾ ਕੀ ਕਰੀਏ ਜੀ। ਹੁਣ ਪਹਿਲੀ ਫਸਟ ਲਹਿਰ, ਹੁਣ ਦੂਸਰੀ, ਉਹ ਥਰਡ ਦੀ ਤਿਆਰੀ ਹੈ ਲੋਕਾਂ ਦਾ। ਇਹ ਹੈ ਜੀ ਆਊਗਾ ਦੁਬਾਰਾ ਕੀ ਬਣੂਗਾ ਜੀ, ਕੀ ਬਣੂਗਾ। ਬੈਂਕ ਦਾ ਪੋਰਟਫੋਲੀਓ ਸਾਰਾ ਖਰਾਬ ਹੋਇਆ, ਬੈਂਕ ਲੋਨ ਨਹੀਂ ਕਰਦੇ, ਲੋਨ ਕਰਦੇ ਨੇ ਤਾਂ ਕਸਟਮਰ ਪ੍ਰੋਪਰ ਨਹੀਂ ਮਿਲਦਾ, ਜੇ ਮਿਲੂਗਾ ਤਾਂ ਪੇ ਨਹੀਂ ਕਰ ਪਾਉਂਦਾ ਕਿਉਂਕਿ ਆਊਟਪੁੱਟ ਬਿਲਕੁਲ ਹੈ ਨਹੀਂ। ਆਹ ਦਿੱਕਤ ਹੈ। ਤੁਸੀਂ ਅਨਿਲ ਜੀ ਫਾਈਨੈਂਸ ਕਰ ਰਹੇ ਹੋ ਕਿ ਇਸ ਕਰੋਨਾ ਮਹਾਮਾਰੀ ਦੌਰਾਨ, ਕਿਉਂਕਿ ਪਹਿਲਾਂ ਨੋਟਬੰਦੀ ਹੋਈ ਸੀ, ਉਸ ਤੋਂ ਬਾਅਦ ਕਰੋਨਾ ਆ ਗਿਆ, ਫਸਟ ਵੇਵ ਆਈ, ਥੋੜਾ ਜਿਹਾ ਬਿਜ਼ਨਸ ਸੰਭਲਿਆ, ਸੈਕੰਡ ਵੇਵ ਆ ਗਈ ਤੇ ਹੁਣ ਫਿਰ ਤੋਂ ਸਰਕਾਰ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਵੀ ਤੇ ਨਿਊਜ਼ ਦੇ ਵਿੱਚ ਹਰ ਰੋਜ਼ ਬੋਲਿਆ ਜਾ ਰਿਹਾ ਵੀ ਥਰਡ ਵੇਵ ਆਉਣ ਦੀ ਬਿਲਕੁਲ ਤਿਆਰੀ ਹੈ। ਤੁਹਾਡਾ ਬਿਜ਼ਨਸ ਕਿੰਨਾ ਕੁ ਇਫੈਕਟ ਹੋ ਰਿਹਾ? ਕਿਉਂਕਿ ਗਾਹਕਾਂ ਨੂੰ ਜਿੰਨੇ ਤੁਸੀਂ ਆਲਰੇਡੀ ਪਹਿਲਾਂ ਫਾਈਨੈਂਸ ਗੱਡੀਆਂ ਕਰ ਚੁੱਕੇ ਹੋਗੇ, ਜਿਨ੍ਹਾਂ ਦੀਆਂ ਗੱਡੀਆਂ ਕਿ ਉਹ ਪ੍ਰੋਪਰ ਤਰੀਕੇ ਨਾਲ ਕਿਸ਼ਤਾਂ ਪੇ ਕਰ ਰਹੇ ਨੇ? ਨਹੀਂ ਪੇ ਕਰ ਰਹੇ ਜੀ। ਐਕਚੁਅਲੀ ਉਹ ਜਿੰਨੇ ਵੀ ਟੈਕਸੀ ਵਾਲੇ ਸੀ ਜਾਂ ਨੋਰਮਲ ਕਸਟਮਰ ਨੇ, ਕਿਤੋਂ ਨਾ ਕਿਤੋਂ ਇਨਕਮ ਹੀ ਆਉਂਦੀ ਸੀ। ਬਿਜ਼ਨਸ ਨਾਲ ਚੱਲਣਾ ਜਾਂ ਟੈਕਸੀ ਨਾਲ ਚੱਲਣਾ, ਉਹ ਜਿਹਨੂੰ ਵੀ ਪੁੱਛਦੇ ਆ ਸਰ ਕੰਮ ਨਹੀਂ ਹੈਗਾ, ਸਾਡੇ ਤੋਂ ਪੈਸਾ ਨਹੀਂ ਹੈ, ਅਸੀਂ ਪੇ ਨਹੀਂ ਕਰ ਸਕਦੇ। ਇਸ ਟਾਈਮ ਹਾਲਾਤ ਬਹੁਤ ਜ਼ਿਆਦਾ ਬੁਰੇ ਹੋਏ ਹੋਏ ਨੇ। ਤੇ ਤੁਹਾਨੂੰ ਫਿਰ ਦੋਹਰੀ ਮਾਰ ਹੈ ਜੀ, ਇੱਕ ਤੁਹਾਡੇ ਕੋਲ ਕੰਮ ਆ ਨਹੀਂ ਰਿਹਾ, ਜਿਹੜਾ ਤੁਸੀਂ ਆਲਰੇਡੀ ਇਨਵੈਸਟ ਕਰ ਚੁੱਕੇ ਹੋ ਪੈਸਾ, ਉਹ ਵੀ ਇਸ ਟਾਈਮ ਪਲੱਜ ਹੋਇਆ ਪਿਆ ਲੋਕਾਂ ਕੋਲ। ਹਾਂਜੀ ਹਾਂਜੀ। ਕੋਈ ਉਸ ਟਾਈਮ ਜਿੰਨਾ ਪੈਸਾ ਜੋ ਫੋਰ ਐਗਜ਼ਾਮਪਲ ਕਾਰ ਲੈਂਦੇ ਆ, ਜੋ ਮੇਨਟੇਨੈਂਸ ਹੈ, ਕੋਸਟਿੰਗ ਲਾ ਕੇ ਵੀ ਕੁਝ ਮਾਰਜਨ ਨਹੀਂ ਹੈਗਾ। ਕਸਟਮਰ ਤੋਂ ਜੇ ਪੁੱਛਦੇ ਆ ਉਹ ਕਹਿੰਦਾ ਨਹੀਂ ਜੀ ਅਸੀਂ ਪੇ ਨਹੀਂ ਕਰ ਸਕਣਾ। ਉਹ ਜੀ ਬਹੁਤ ਦਿੱਕਤ ਹੈ ਜੀ, ਬੈਂਕ ਦੇ ਪੈਸੇ ਆ ਨਹੀਂ ਰਹੇ, ਹਾਲਾਤ ਇਹ ਹੋਏ ਪਏ ਨੇ। ਸੋ ਰਾਜ ਫਾਈਨੈਂਸ ਤੋਂ ਅਨਿਲ ਜੀ ਸਾਡੇ ਨਾਲ ਸੀ, ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਨੂੰ ਦੋਹਰੀ ਮਾਰ ਹੈ ਕਿਉਂਕਿ ਨਵਾਂ ਕਸਟਮਰ ਇਹਨਾਂ ਕੋਲੇ ਆ ਨਹੀਂ ਰਿਹਾ। ਜੋ ਇਹਨਾਂ ਦੇ ਆਲਰੇਡੀ ਪਹਿਲਾਂ ਕਸਟਮਰ ਸੀ, ਚਾਹੇ ਉਹ ਟੈਕਸੀ ਲੈਣ ਦੇ ਵਿੱਚ ਸੀ ਜਾਂ ਪਰਸਨਲ ਗੱਡੀਆਂ ਲੈ ਕੇ ਇਹਨਾਂ ਤੋਂ ਫਾਈਨੈਂਸ ਕਰਾਉਂਦੇ ਸੀ, ਅਰਨਿੰਗ ਨਾ ਹੋਣ ਕਾਰਨ, ਬਾਜ਼ਾਰ ਬਿਜ਼ਨਸ ਚੌਪਟ ਹੋਣ ਕਾਰਨ ਇਹਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ ਕਿਉਂਕਿ ਇਹਨਾਂ ਦਾ ਜੋ ਪੈਸਾ ਇਹਨਾਂ ਨੇ ਲੋਕਾਂ ਦੇ ਵਿੱਚ ਸਪਰੈਡ ਕੀਤਾ ਸੀ, ਉਹਨਾਂ ਦੀ ਗੱਡੀਆਂ ਫਾਈਨੈਂਸ ਕੀਤੀਆਂ ਸੀ, ਉਹ ਵੀ ਬਲੌਕ ਹੋਏ ਪਏ ਨੇ। ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ। ਸੋ ਹੁਣ ਆਪਾਂ ਖੜੇ ਜੀ ਬਖਸ਼ੀ ਕਾਰ ਬਾਜ਼ਾਰ, ਬਖਸ਼ੀ ਆਟੋ ਐਂਡ ਪ੍ਰੋਪਰਟੀ ਡੀਲਰ, ਜੋ ਕਿ ਕਾਰ ਬਾਜ਼ਾਰ ਦੇ ਪ੍ਰਧਾਨ ਨੇ
ਕਾਰ ਬਾਜ਼ਾਰ ਵਾਲਿਆਂ ਨੇ ਜਿਨ੍ਹਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਹੈ। ਸੋ ਆਪਾਂ ਜਿੱਥੇ ਦੁਕਾਨਦਾਰਾਂ ਨਾਲ ਗੱਲ ਕੀਤੀ ਹੈ ਕਾਰ ਬਾਜ਼ਾਰ ਦੇ ਬਾਰੇ, ਸੋ ਹੁਣ ਆਪਾਂ ਪ੍ਰਧਾਨ ਜੀ ਨਾਲ ਗੱਲ ਕਰਦੇ ਹਾਂ। ਸੋ ਬਖਸ਼ੀ ਕਾਰ ਬਾਜ਼ਾਰ ਦੇ ਹਰਭਜਨ ਸਿੰਘ ਜੀ ਬਖਸ਼ੀ ਸਾਹਿਬ ਜੋ ਕਿ ਕਾਰ ਬਾਜ਼ਾਰ ਦੇ ਪਟਿਆਲਾ ਕਾਰ ਬਾਜ਼ਾਰ ਦੇ ਪ੍ਰਧਾਨ ਨੇ, ਸੋ ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਪ੍ਰਧਾਨ ਜੀ ਸਤਿ ਸ਼੍ਰੀ ਅਕਾਲ। ਸੋ ਸਾਡੇ ਨਾਲ ਹੁਣ ਬਖਸ਼ੀ ਜੀ ਨੇ, ਬਖਸ਼ੀ ਕਾਰ ਬਾਜ਼ਾਰ ਤੋਂ ਹਰਭਜਨ ਸਿੰਘ ਜੀ ਬਖਸ਼ੀ। ਬਖਸ਼ੀ ਸਾਹਿਬ, ਕਾਰ ਬਾਜ਼ਾਰ ਦੇ ਅੱਜ ਹਾਲਾਤ ਦੇਖੇ ਨੇਗੇ, ਬੁੱਧਵਾਰ ਦਾ ਦਿਨ ਹੈ, ਗਾਹਕ ਨਹੀਂ ਦਿਖ ਰਿਹਾ, ਕੀ ਕਾਰਨ ਨੇ? ਕਾਰ ਬਾਜ਼ਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ? ਇਹ ਵੀ ਜੀ ਕਾਰ ਬਾਜ਼ਾਰ ਕਰੋਨਾ ਵਜ੍ਹਾ ਜਿੱਦਾਂ ਕਰੋਨਾ ਹੋਇਆ ਹੈ ਉਸ ਤੋਂ ਬਾਅਦ ਕਾਰੋਬਾਰ ਬਿਲਕੁਲ ਠੱਪ ਹੋ ਚੁੱਕਿਆ ਹੈ। ਸਰਕਾਰ ਕੋਈ ਵੀ ਆਵੇ ਇਹ ਕਾਰੋਬਾਰ ਹੁਣ ਠੀਕ ਨਹੀਂ ਹੋ ਸਕਦੇ, ਬਹੁਤ ਹਾਲਾਤ ਖਰਾਬ ਹੋ ਚੁੱਕੇ ਹੈ। ਸਾਡਾ ਦੇਸ਼ ਗਰੀਬਾਂ ਜਾਂ ਜਾਣ ਲੱਗਾ ਹੈ ਅਤੇ ਸਾਨੂੰ ਰੋਟੀ ਪਾਣੀ ਤੋਂ ਵੀ ਬੜੇ ਔਖੇ ਹੋ ਚੁੱਕੇ ਹਾਂ। ਦੁਕਾਨਾਂ ਦੇ ਕਿਰਾਏ ਨਹੀਂ ਨਿਕਲ ਰਹੇ, ਕਿਸੇ ਵੱਲੋਂ ਵੀ ਸਾਨੂੰ ਬਿਜਲੀ ਦੇ ਬਿੱਲ ਨਹੀਂ ਭਰੇ ਜਾ ਰਹੇ। ਸਾਡੇ 4-4 5-5 ਮਹੀਨੇ ਹੋ ਗਏ, ਅਸੀਂ ਬਹੁਤ ਦੁਖੀ ਹੋਏ ਪਏ ਹਾਂ ਜੀ। ਅਸੀਂ ਕਾਰੋਬਾਰ ਛੱਡੀਏ ਤਾਂ ਕੀ ਕਰੀਏ, ਕੋਈ ਕੰਮ ਸਾਨੂੰ ਸਮਝ ਨਹੀਂ ਆ ਰਹੀ ਜੀ ਇਸ ਬਾਰੇ। ਹੁਣ ਅਸੀਂ ਅੱਗੇ ਸੋਚਦੇ ਹਾਂ ਕੋਈ ਛੋਟਾ ਮੋਟਾ ਕੰਮ ਕਰੀਏ, ਕੋਈ ਰੇੜੀ ਲਾਈਏ ਜਾਂ ਕੁਝ ਕਰੀਏ। ਹੁਣ ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਹੈਗਾ ਤੁਹਾਡੇ ਕੋਲ ਜੀ। ਬਖਸ਼ੀ ਜੀ, ਬਾਕੀ ਜਿਵੇਂ ਦੁਕਾਨਦਾਰ ਇਕੱਲੇ ਸੇਲ ਪਰਚੇਜ਼ ਕਾਰਾਂ ਦਾ ਕਰ ਰਹੇ ਨੇ, ਮੈਂ ਤੁਹਾਡਾ ਬੋਰਡ ਦੇਖਿਆ, ਤੁਸੀਂ ਨਾਲ ਆਟੋ ਤੇ ਪ੍ਰਾਪਰਟੀ ਦਾ ਕੰਮ ਵੀ ਹੈ, ਤੁਸੀਂ 3 ਕੰਮ ਇਕੱਠੇ ਕਰ ਰਹੇ ਹੋ, ਇੱਕ ਦੁਕਾਨ ਦੇ ਵਿੱਚ ਕਰ ਰਹੇ ਹੋ। ਬਾਕੀ ਪ੍ਰਾਪਰਟੀ ਤੇ ਜਿਹੜੀ ਆਟੋ ਦਾ ਕਾਰ ਬਾਜ਼ਾਰ ਆ, ਆਟੋ ਦਾ ਬਾਜ਼ਾਰ ਆਪਣਾ ਸਕੂਟਰ ਮੋਟਰਸਾਈਕਲਾਂ ਦਾ, ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਨੇ? ਪ੍ਰਾਪਰਟੀ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ? ਪ੍ਰੋਪਰਟੀ ਬਿਲਕੁਲ ਡਾਂ ਖਤਮ ਹੋ ਚੁੱਕੀ ਹੈ ਜੀ, ਕੋਈ ਵਿਕਦੀ ਨਹੀਂ, ਕੋਈ ਸੇਲ ਨਹੀਂ ਕਰਦਾ, ਕੋਈ ਖਰੀਦਣ ਵਾਲਾ ਨਹੀਂ ਹੈਗਾ ਜੀ, ਅਤੇ ਨਾ ਕੋਈ ਸਕੂਟਰ ਮੋਟਰਸਾਈਕਲ ਵਾਲੇ ਕੋਈ ਗਾਹਕ ਆਉਂਦਾ, ਨਾ ਕੋਈ ਕਾਰਾਂ ਦਾ ਗਾਹਕ ਆਉਂਦਾ। ਇਸ ਟਾਈਮ ਹਾਲਾਤ ਬਹੁਤ ਬੁਰੇ ਹੋ ਚੁੱਕੇ ਹੈ ਜੀ। ਸੋ ਕਾਰ ਬਾਜ਼ਾਰ ਦੇ ਵਿੱਚ ਪਹਿਲਾਂ ਜਿਵੇਂ ਕਿ ਬੁੱਧਵਾਰ ਪਟਿਆਲਾ ਕਾਰ ਬਾਜ਼ਾਰ ਬਹੁਤ ਫੇਮਸ ਸੀ, ਬੁੱਧਵਾਰ ਨੂੰ ਇੱਥੇ ਬਹੁਤ ਚਹਿਲ ਪਹਿਲ ਹੁੰਦੀ ਸੀ, ਪੈਰ ਸੁੱਟਣ ਰੱਖਣ ਨੂੰ ਵੀ ਜਾਂ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਹੁੰਦੀ ਸੀ। ਲੇਕਿਨ ਅੱਜ ਅਸੀਂ ਦੇਖ ਰਹੇ ਹਾਂ ਹਾਲਾਤ ਵੀ ਬਾਜ਼ਾਰ ਦੇ ਵਿੱਚ ਕੋਈ ਵੀ ਗਾਹਕ ਹੀ ਨਹੀਂ, ਦੁਕਾਨਦਾਰ ਆਪਣੇ ਦੁਕਾਨਾਂ ਵਿੱਚ ਆਰਾਮ ਨਾਲ ਸੁੱਤੇ ਪਏ ਨੇ। ਇਹਦਾ ਕੀ ਕਾਰਨ, ਤੁਹਾਨੂੰ ਕੀ ਲੱਗਦਾ ਵੀ ਕੀ ਕਾਰਨ ਹੈ ਇੰਨੀ ਮੰਦੀ ਆਉਣ ਦਾ? ਕਾਰਨ ਮੈਂ ਵੀ ਕਿਤਾ ਤੁਸੀਂ ਦੇਖੀਏ, ਨੋਟਬੰਦੀ ਹੋਈ ਹੈ, ਉਸ ਤੋਂ ਬਾਅਦ ਲੋਕਡਾਊਨ ਹੋ ਗਿਆ ਜੀ। ਲੋਕਡਾਊਨ ਤੋਂ ਬਾਅਦ ਕੋਈ ਉੱਠੇ ਹੀ ਨਹੀਂ ਕਾਰ ਬਾਜ਼ਾਰ, ਕੋਈ ਵੀ ਬਾਜ਼ਾਰ। ਬਠਿੰਡੇ ਤੋਂ ਸੰਗਤ ਆਉਂਦੀ, ਲੋਕੀ ਆਉਂਦੇ ਸੀ ਲੈਣ ਗੱਡੀਆਂ, ਪਾਤੜਾਂ ਤੋਂ ਆਉਂਦੇ ਸੀ ਜੀ, ਇੱਧਰੋਂ ਬਰਨਾਲੇ ਤੋਂ ਆਉਂਦੇ ਸੀ, ਜਲੰਧਰ ਤੋਂ ਆਉਂਦੇ ਸੀ। ਹੁਣ ਕਿਸੇ ਪਾਸੇ ਕੋਈ ਬੰਦਾ ਹੀ ਨਜ਼ਰ ਨਹੀਂ ਆਉਂਦਾ ਜੀ। ਪਿੰਡਾਂ ਦੇ ਬੰਦੇ ਆਉਂਦੇ ਸੀ, ਪਿੰਡਾਂ ਬੰਦੇ ਵਿਚਾਰੇ ਕਿਸਾਨ ਬੈਠੇ ਆ ਉੱਥੇ ਧਰਨਿਆਂ 'ਤੇ ਬੈਠੇ ਆ, ਕੋਈ ਕਾਰੋਬਾਰ ਹੈ ਹੀ ਨਹੀਂ, ਕੋਈ ਕੰਮ ਖਤਮ ਹੋ ਚੁੱਕੇ, ਬਿਲਕੁਲ ਡੈਡ ਹੋ ਚੁੱਕਾ ਜੀ ਕੰਮ। ਮਹੀਨੇ 'ਚ ਇੱਕ ਗੱਡੀ ਵੀ ਵਿਕਣੀ ਔਖੀ ਹੋਈ ਪਈ ਹੈ ਇਸ ਟਾਈਮ ਤਾਂ। ਪਹਿਲਾਂ ਜੇਕਰ ਗੱਲ ਕਰੀਏ ਪਹਿਲਾਂ ਦੇ ਕਰੋਨਾ ਤੋਂ ਪਹਿਲਾਂ ਦੀ, ਅੱਜ ਤੋਂ 2-3 ਸਾਲ ਪਹਿਲਾਂ ਦੀ ਕਾਰ ਬਾਜ਼ਾਰ ਦੇ ਕੀ ਹਾਲਾਤ ਸੀ? ਕਿੰਨੀਆਂ ਗੱਡੀਆਂ ਤੁਸੀਂ ਮੰਨਦੇ ਹੋ ਵੀ ਡੇਲੀ ਜਾਂ ਬੁੱਧਵਾਰ ਵਾਲੇ ਦਿਨ ਕਾਰ ਬਾਜ਼ਾਰ ਪਟਿਆਲੇ ਦੀ ਗੱਲ ਕਰੀਏ, ਕਿਉਂਕਿ ਤੁਸੀਂ ਪ੍ਰਧਾਨ ਹੋ ਪਟਿਆਲੇ ਦੇ ਕਾਰ ਬਾਜ਼ਾਰ ਦੇ, ਪਟਿਆਲੇ ਦੀ ਕਾਰ ਬਾਜ਼ਾਰ ਦੇ ਵਿੱਚੋਂ ਕਿੰਨੀਆਂ ਗੱਡੀਆਂ ਸੇਲ ਹੋ ਜਾਂਦੀਆਂ ਬੁੱਧਵਾਰ ਨੂੰ ਇਕੱਲੀਆਂ? ਪਟਿਆਲੇ ਦੇ ਵਿੱਚੋਂ ਗੱਡੀਆਂ ਸਾਰੇ ਬਾਜ਼ਾਰ ਦੇ ਵਿੱਚ ਕਮ ਸੇ ਕਮ 40-50 ਗੱਡੀਆਂ ਵਿਕ ਜਾਂਦੀਆਂ ਸੀ। ਓਕੇ, ਹਾਂਜੀ, ਬੁੱਧਵਾਰ ਨੂੰ ਘੱਟ ਤੋਂ ਘੱਟ ਜੀ 40-50 ਗੱਡੀਆਂ ਵਿਕ ਜਾਂਦੀਆਂ ਸੀ। ਐਸੇ ਹਾਲਾਤ ਹੋ ਚੁੱਕੇ ਹੈ ਸ਼ਹਿਰ। ਬੁੱਧਵਾਰ ਨੂੰ ਸਾਡੇ 2-3 ਗੱਡੀਆਂ ਵਿਕਦੀਆਂ ਹੋਣੀ ਇਸ ਟਾਈਮ ਦਾ ਹਾਲਾਤ ਦੇ ਹਿਸਾਬ ਨਾਲ। ਕਿਸੇ ਦੀ ਬੋਣੀ ਨਹੀਂ ਹੁੰਦੀ, ਕਿਸੇ ਦਾ ਕਾਰੋਬਾਰ ਹੈ ਹੀ ਨਹੀਂ, ਬਿਲਕੁਲ ਡੈਡ ਹੋਇਆ ਪਿਆ। ਅਤੇ ਬੁੱਧਵਾਰ ਕਰਕੇ ਕੋਈ ਡੀਲਰ ਨਹੀਂ ਆਉਂਦਾ, ਕੋਈ ਪਿੰਡ ਵਾਲਾ ਬੰਦਾ ਨਹੀਂ ਆਉਂਦਾ, ਕੋਈ ਕਾਰੋਬਾਰ ਬਿਲਕੁਲ ਹੀ ਮੰਦਾ ਹੋ ਚੁੱਕਾ ਵੀਰ ਜੀ। ਹੁਣ ਕਾਰੋਬਾਰ ਵਾਸਤੇ ਕੋਈ ਸਰਕਾਰ ਨੂੰ ਕਿਸੇ ਕਦਮ ਚੱਕਣੇ ਪੈਣਗੇ ਕੋਈ ਐਸੇ ਕਿ ਜਿਹੜੇ ਕਿ ਕਾਰੋਬਾਰ ਸੈੱਟ ਹੋ ਸਕਣ ਲੋਕਾਂ ਦੇ। ਸਰਕਾਰ ਨੇ ਇਸ ਕਰੋਨਾ ਦੌਰਾਨ ਜਾਂ ਮੰਦੀ ਜੋ ਚੱਲ ਰਹੀ ਹੈ ਉਸ ਦੌਰਾਨ ਕਾਰ ਬਾਜ਼ਾਰ ਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਵੱਲੋਂ? ਕੋਈ ਮਦਦ ਮਿਲੀ ਅੱਜ ਤੱਕ? ਨਾ, ਬਿਲਕੁਲ ਕਿਸੇ ਤਰ੍ਹਾਂ ਦੀ ਮਦਦ ਬਿਲਕੁਲ ਨਹੀਂ ਮਿਲੀ ਜੀ। ਸਰਕਾਰ ਨੂੰ ਅਸੀਂ ਬੜੀਆਂ ਐਪਲੀਕੇਸ਼ਨਾਂ ਪਾਈਆਂ, ਧਰਨੇ ਲਾਏ, ਤੁਸੀਂ ਸਾਡਾ ਕਿਰਾਇਆ ਮਾਫ ਕਰਾ ਦਿਓ ਜੀ, ਬਿਜਲੀ ਬਿੱਲ ਮਾਫ ਕਰ ਦਿਓ, ਕੁਛ ਵੀ ਨਹੀਂ ਕੀਤਾ ਗਿਆ ਜੀ। ਪੰਜਾਬ ਸਰਕਾਰ ਨੇ ਕੁਛ ਵੀ ਨਹੀਂ ਕੀਤਾ ਸਾਡੇ ਵਾਸਤੇ। ਅਸੀਂ ਬਹੁਤ ਪਰੇਸ਼ਾਨ ਹਾਂ, ਕਾਰੋਬਾਰ ਕਿਰਾਏ ਨਹੀਂ ਭਰੇ ਜਾ ਰਹੇ। ਕਿਸੇ ਬੰਦਿਆਂ ਸਾਡੇ ਕਈ ਦੁਕਾਨਾਂ ਦਾ ਕਿਰਾਇਆ 25-25 ਹਜ਼ਾਰ ਹੈ, ਸਾਡਾ 12,500 ਰੁਪਏ ਕਿਰਾਇਆ ਹੈ। ਅਸੀਂ ਬਹੁਤ ਔਖੇ ਪਏ ਹਾਂ ਜੀ, ਕਿਰਾਏ ਤੋਂ ਦੇਣ ਤੋਂ ਬਹੁਤ ਔਖੇ ਹਾਂ ਇਸ ਟਾਈਮ ਕਾਰੋਬਾਰ ਤੋਂ। ਸੋ ਇਹ ਸੀ ਹਰਭਜਨ ਸਿੰਘ ਜੀ ਬਖਸ਼ੀ ਕਾਰ ਬਾਜ਼ਾਰ ਤੇ ਪਟਿਆਲਾ ਕਾਰ ਬਾਜ਼ਾਰ ਦੇ ਪ੍ਰਧਾਨ ਸਾਹਿਬ, ਜਿਨ੍ਹਾਂ ਨੇ ਦੱਸਿਆ ਵੀ ਇੰਨੀ ਮੰਦੀ ਉਹਨਾਂ ਨੇ ਅੱਜ ਤੱਕ ਨਹੀਂ ਦੇਖੀ। ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਮਿਲੀ, ਜਦੋਂ ਕਿ ਇਹਨਾਂ ਨੇ ਸਰਕਾਰੀ ਦਰਬਾਰੇ ਕਈ ਵਾਰ, ਜਿਵੇਂ ਦੱਸਿਆ ਪ੍ਰਧਾਨ ਜੀ ਨੇ, ਵੀ ਦੁਕਾਨਦਾਰਾਂ ਦੇ ਨਾਲ ਜਾ ਕੇ ਮੰਗ ਪੱਤਰ ਵੀ ਦਿੱਤੇ ਵੀ ਦੁਕਾਨਾਂ ਦੇ ਕਿਰਾਏ ਮਾਫ ਕਰਾਏ ਜਾਣ ਜਾਂ ਸਰਕਾਰ ਵੱਲੋਂ ਬਿਜਲੀ ਦੇ ਬਿੱਲ ਮਾਫ ਕਰ ਦਿੱਤੇ ਜਾਣ, ਲੇਕਿਨ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਮਦਦ ਨਹੀਂ ਮਿਲੀ। ਤਾਂ ਹਾਲਾਤ ਹੁਣ ਇਹ ਹੋ ਚੁੱਕੇ ਨੇ, ਇਹ ਕਹਿੰਦੇ ਅਸੀਂ ਇਹ ਦੁਕਾਨਾਂ ਛੱਡ ਕੇ ਰੇਹੜੀਆਂ ਲਾਉਣ ਲਈ ਵੀ ਤਿਆਰ ਬੈਠੇ ਹਾਂ। ਸੋ ਹਾਲਾਤ ਬਹੁਤ ਬੱਤਰ ਹੋ ਚੁੱਕੇ ਨੇ। ਅਸੀਂ ਵੀ ਸਰਕਾਰ ਅੱਗੇ ਅਪੀਲ ਕਰਾਂਗੇ ਤੇ ਵੀ ਇਸ ਥੋੜ੍ਹੀ ਜਿਹੀ ਕਾਰ ਬਾਜ਼ਾਰ ਦੀ
ਜੋ ਰਫ਼ਤਾਰ ਬਹੁਤ ਮੱਠੀ ਹੋ ਚੁੱਕੀ ਹੈ, ਇਹਨੂੰ ਸੁਧਾਰਨ ਦੇ ਲਈ ਇਹਨਾਂ ਦੁਕਾਨਦਾਰ ਵੀਰਾਂ ਦਾ ਹੱਥ ਜ਼ਰੂਰ ਫੜਨਗੇ ਜੀ।